Hey everyone, welcome to my channel. In this video, we will learn about chapter first, nature and purpose of business studies class +1. History of trade and culture. Introduction. The economic development of a country is measured by the development of trade, commerce and industry. ਇਹਦਾ ਮਤਲਬ ਇਹ ਹੈ ਕਿ ਜਦੋਂ ਦੇਸ਼ ਉਦੋਂ ਹੀ ਤਰੱਕੀ ਕਰੇਗਾ, ਉਦੋਂ ਇਕਨੋਮੀ ਉਦੋਂ ਹੀ ਸਟਰੋਂਗ ਹੋਏਗੀ ਜਦੋਂ ਵਪਾਰ, ਕਮਰਸ ਕਹਿੰਦਾ ਉਹਨੂੰ ਲੈਣ ਦੇਣ ਦੇ ਜਿਹੜੇ ਸਾਧਨ ਹੈ ਉਹ ਅਤੇ ਜਿਹੜੀ ਇੰਡਸਟਰੀ ਹੈ ਉਹ ਕੀ ਹੋਊਗੀ, ਡਿਵੈਲਪਮੈਂਟ ਕਰੂਗੀ। ਫਿਰ ਹੀ ਜਿਹੜੀ ਦੇਸ਼ ਦੀ ਇਕਨੋਮੀ ਹੈ ਉਹ ਡਿਵੈਲਪ ਹੋਊਗੀ। Next again line, in ancient times trade is happening with the other countries through land and maritime routes। ਵੀ ਦੂਸਰੀਆਂ ਕੰਟਰੀਜ਼ ਦੇ ਵਿੱਚ ਜਿਹੜਾ ਟਰੇਡ ਸੀਗਾ, ਵਪਾਰ ਸੀ, ਉਹ ਕਿਵੇਂ ਹੁੰਦਾ ਸੀ, ਲੈਂਡ ਰੂਟਸ ਦੇ ਥਰੂ, ਮੈਰੀਟਾਈਮ ਰੂਟਸ ਦੇ ਥਰੂ। ਆਪਣੇ ਦੇਸ਼ ਦੇ ਵਿੱਚ ਅਵਰ ਕੰਟਰੀਜ਼ ਵੀ ਆਪਣੀ ਕੰਟਰੀਜ਼ ਦੇ ਵਿੱਚ ਕਿਵੇਂ ਹੁੰਦਾ ਸੀ, ਲੈਂਡ ਜਿਵੇਂ ਰੋਡਵੇਜ਼ ਆ ਗਏ, ਮੈਰੀਟਾਈਮ ਰੂਟ ਉਹਦੇ ਵਿੱਚ ਆਪਾਂ ਸਮੁੰਦਰੀ ਜਹਾਜ਼ ਵਗੈਰਾ ਕਹਿੰਦੇ ਪਾਣੀ ਦੇ ਥਰੂ ਜਿਹੜੇ ਰੂਟ ਜਾਂਦੇ ਸੀ ਉਹ। ਟਰੇਡ ਐਂਡ ਕਮਰਸ ਵਾਸ ਦ ਬੇਸ ਆਫ ਐਨ ਇਕਨੋਮੀ। ਜਿਹੜਾ ਵਪਾਰ ਸੀ ਅਤੇ ਕਮਰਸ ਸੀ, ਲੈਣ ਦੇਣ ਦੇ ਜਿਵੇਂ ਹੁੰਦਾ ਉਹ ਇਕਨੋਮੀ ਦਾ ਬੇਸ ਸੀ। ਕਮਰਸ ਬਾਰੇ ਆਪਾਂ ਫੁੱਲ ਡਿਟੇਲ 'ਚ ਚੈਪਟਰ 2 ਦੇ ਵਿੱਚ ਰੀਡ ਕਰਾਂਗੇ। ਨੈਕਸਟ ਐਕਸਪੋਰਟਸ, ਜਿਹੜੇ ਕਹਿੰਦਾ ਆਪਣੀ ਕੰਟਰੀ ਦੇ ਵਿੱਚੋਂ ਬਾਹਰਲੀ ਕੰਟਰੀਜ਼ ਦੇ ਵਿੱਚ ਜਿਹੜੀਆਂ ਚੀਜ਼ਾਂ ਵਪਾਰ ਹੁੰਦਾ ਸੀ, ਕਿਹੜੀਆਂ ਚੀਜ਼ਾਂ ਦਾ ਵਪਾਰ ਹੁੰਦਾ ਸੀ, ਟੈਕਸਟਾਈਲ, ਸਪਾਈਸੀ ਲੀਵ, ਪੇਪਰਸ, ਆਈਵੋਰੀ। ਇਹ ਚੀਜ਼ਾਂ ਆਪਣੀ ਕੰਟਰੀਜ਼ ਤੋਂ ਬਾਹਰਲੇ ਦੇਸ਼ਾਂ ਦੇ ਵਿੱਚ ਜਾਂਦੀਆਂ ਸੀ। ਇੰਪੋਰਟਸ ਕਹਿੰਦਾ ਜਿਹੜੀ ਬਾਹਰਲੇ ਦੇਸ਼ਾਂ ਤੋਂ ਆਪਣੀ ਕੰਟਰੀਜ਼ ਦੇ ਵਿੱਚ ਆਉਂਦੀਆਂ ਸੀ ਉਹ ਕਿਹੜੀਆਂ ਕਿਹੜੀਆਂ ਚੀਜ਼ਾਂ ਸੀ, ਗੋਲਡ, ਸਿਲਵਰ, ਟਿਨ, ਬਰਾਸ, ਲੈਡ ਐਟਸੈਕਟਰਾ। ਠੀਕ ਹੈ। ਨੈਕਸਟ ਵੀ ਸਟੱਡੀ ਅਬਾਊਟ ਇੰਡੀਜੀਨੀਅਸ ਬੈਂਕਿੰਗ ਸਿਸਟਮ। ਇਹਦੇ ਵਿੱਚ ਫਸਟ ਸੀ ਬਾਰਟਰ ਸਿਸਟਮ। ਠੀਕ ਹੈ। ਇਹਦੇ ਥਰੂ ਕੀ ਸੀ, ਕਹਿੰਦਾ ਮਤਲਬ ਐਕਸਚੇਂਜ ਹੁੰਦਾ ਸੀ। ਜਿਵੇਂ ਇੱਕ ਜਾਣੇ ਨੇ ਦੂਜੇ ਜਾਣੇ ਨੂੰ ਕਣਕ ਦੇਤੀ ਅਤੇ ਉਸ ਦੇ ਬਦਲੇ ਦੂਜੇ ਜਾਣੇ ਨੇ ਉਹਨੂੰ ਕੀ ਦੇਤੇ, ਰਾਈਸ ਦੇਤੇ, ਕਹਿੰਦਾ ਮਤਲਬ ਚਾਵਲ ਦੇਤੇ। ਜਿਹੜਾ ਬਾਰਟਰ ਸਿਸਟਮ ਸੀ ਇਹਦੇ ਵਿੱਚ ਕਿਹੜੀਆਂ ਚੀਜ਼ਾਂ ਐਕਸਚੇਂਜ ਕੀਤੀਆਂ ਜਾਂਦੀਆਂ ਸੀ, ਸਟੋਨਸ, ਸ਼ੈਲਸ, ਕੈਟਲ, ਫੀਦਰਸ ਐਟਸੈਕਟਰਾ। ਠੀਕ ਹੈ। ਅਤੇ ਉਦੋਂ ਕਈ ਵਾਰ ਜਦੋਂ ਇਹ ਪੈਸੇ ਦੇਣ ਲੈਣ ਹੁੰਦਾ ਸੀ ਉਦੋਂ ਬੈਂਕਿੰਗ ਸਿਸਟਮ ਤਾਂ ਇੰਨਾ ਨਹੀਂ ਸੀਗਾ, ਇੰਡੀਜੀਨੀਅਸ ਸੀ ਬੈਂਕਿੰਗ ਸਿਸਟਮ ਸੀਗਾ, ਫੁੱਲ ਬੈਂਕਸ ਪ੍ਰੋਪਰ ਨਹੀਂ ਸੀਗੇ। ਤਾਂ ਉਦੋਂ ਹੁੰਡਿਸ ਅਤੇ ਚਿੱਟੀਜ਼ ਯੂਜ਼ ਕੀਤੀਆਂ ਜਾਂਦੀਆਂ ਸੀਗੀਆਂ। ਕਾਹਦੇ ਲਈ, ਪ੍ਰੂਫ ਦੇ ਤੌਰ 'ਤੇ ਵੀ ਮੈਂ ਉਹਨੂੰ ਇੰਨੇ ਪੈਸੇ ਦਿੱਤੇ ਆ ਉਧਾਰ 'ਤੇ ਅਤੇ ਉਹ ਮੈਨੂੰ ਵਾਪਿਸ ਕਰੂ, ਐਜ਼ ਏ ਪ੍ਰੂਫ ਰੱਖਿਆ ਜਾਂਦਾ ਸੀ। ਨੈਕਸਟ ਹੈਗਾ ਵੀ ਜਿਹੜੇ ਇੰਡੀਜੀਨੀਅਸ ਬੈਂਕਰ ਸੀਗੇ ਅਤੇ ਮਨੀ ਲੈਂਡਰ ਸੀ ਉਹਨਾਂ ਨੇ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕੀਤਾ ਸੀ ਵਪਾਰ ਦੇ। ਕਹਿੰਦਾ ਮਤਲਬ ਵਪਾਰ ਤੇਜ਼ੀ ਨਾਲ ਗਰੋਥ ਹੋਈ ਸੀ ਮਨੀ ਲੈਂਡਰਸ ਅਤੇ ਇੰਡੀਜੀਨੀਅਸ ਬੈਂਕਰਸ ਦੇ ਥਰੂ। ਨੈਕਸਟ ਹੈਗੇ ਕਈ ਪੀਪਲ ਐਗਰੀਕਲਚਰ ਐਕਟੀਵਿਟੀਜ਼ ਦੇ ਵਿੱਚ ਲੱਗੇ ਹੋਏ ਸੀਗੇ ਅਤੇ ਕੁਝ ਕ੍ਰੋਪਸ ਪ੍ਰੋਡਿਊਸ ਕਰ ਰਹੇ ਸੀ, ਡਿਫਰੈਂਟ ਕ੍ਰੋਪਸ ਪ੍ਰੋਡਿਊਸ ਕਰ ਰਹੇ ਸੀ ਅਤੇ ਜਿਹੜੀ ਐਨੀਮਲਸ ਆ ਉਹਨਾਂ ਦੀ ਦੇਖਭਾਲ ਕਰ ਰਹੇ ਸੀ। ਅਤੇ ਜਿਹੜੇ ਬਹੁਤ ਵਧੀਆ ਆਰਟੀਸ਼ੀਅਨ ਸੀ, ਸਕਿਲਡ ਸੀਗੇ, ਉਹਨਾਂ ਨੇ ਆਪਦੀਆਂ ਵਰਕਸ਼ਾਪਸ ਖੋਲ੍ਹ ਲਈਆਂ। ਉਹ ਰਾ ਮਟੀਰੀਅਲ ਨੂੰ ਫਿਨਿਸ਼ਡ ਗੁਡਸ ਦੇ ਵਿੱਚ ਕਨਵਰਟ ਕਰ ਦਿੰਦੇ ਸੀ। ਕਹਿੰਦਾ ਮਤਲਬ ਕੱਚੇ ਮਾਲ ਨੂੰ ਤਿਆਰ ਕੀਤੀਆਂ ਚੀਜ਼ਾਂ ਦੇ ਵਿੱਚ ਕੀ ਹੈ, ਬਦਲ ਦਿੰਦੇ ਸੀ। ਨੈਕਸਟ ਹੈਗਾ ਰਾਈਸ ਆਫ ਇੰਟਰਮੀਡੀਏਟ। ਕਹਿੰਦਾ ਮਤਲਬ ਇੰਟਰਮੀਡੀਏਟ ਦਾ ਮਤਲਬ ਆਪਾਂ ਵਨ ਵਰਡ ਦੇ ਵਿੱਚ ਪੰਜਾਬੀ ਦੇ ਵਿੱਚ ਸੋਚਣਾ ਹੋਵੇ ਤਾਂ ਉਹਦਾ ਮਤਲਬ ਹੈ ਵਿਚੋਲਾ, ਮਿਡਲ ਪਰਸਨ। ਜਿਵੇਂ ਪ੍ਰੋਡਿਊਸਰ ਹੁੰਦੇ ਆ, ਫਿਰ ਉਹ ਹੋਲਸੇਲਰ ਨੂੰ ਚੀਜ਼ਾਂ ਸੇਲ ਕਰਦੇ ਆ, ਫਿਰ ਉਹ ਚੀਜ਼ਾਂ ਰਿਟੇਲਰ ਕੋਲ ਜਾਂਦੀਆਂ, ਫਿਰ ਕੰਜ਼ਿਊਮਰ ਜਿਹਨੇ ਕੰਜ਼ਿਊਮ ਕਰਨਾ ਹੁੰਦਾ ਉਹਦੇ ਕੋਲ ਜਾਂਦੇ ਆ। ਇਹਦੇ ਵਿੱਚ ਦੋ ਮਿਡਲ ਪਰਸਨ ਹੋ ਗਏ, ਹੋਲਸੇਲਰ ਹੋ ਗਿਆ, ਪ੍ਰੋਡਿਊਸਰ ਅਤੇ ਰਿਟੇਲਰ ਦੇ ਵਿੱਚ ਕਿਹੜਾ ਮਿਡਲ ਪਰਸਨ ਹੈ, ਹੋਲਸੇਲਰ ਹੈ। ਹੋਲਸੇਲਰ ਅਤੇ ਕੰਜ਼ਿਊਮਰ ਦੇ ਵਿੱਚ ਮਿਡਲ ਪਰਸਨ ਹੈ ਰਿਟੇਲਰ ਹੈ। ਇਹ ਦੋਨੇ ਇੰਟਰਮੀਡੀਏਟ ਹੈ। ਅਤੇ ਇਹਨਾਂ ਨੇ ਕਿਹਾ ਵੀ ਮੁਗਲ ਪੀਰੀਅਡ ਦੇ ਥਰੂ ਅਤੇ ਜਦੋਂ ਈਸਟ ਇੰਡੀਆ ਕੰਪਨੀ ਸੀ ਉਦੋਂ ਜਿਹੜਾ ਜਗਤ ਸਿੰਘ ਸੀਗਾ ਉਹ ਕੀ ਸੀ, ਇੰਟਰਮੀਡੀਏਟ ਸੀ। ਉਹਨੇ ਮੋਸਟ ਇੰਪੋਰਟੈਂਟ ਰੋਲ ਪਲੇ ਕੀਤਾ ਸੀ ਇਹਦੇ ਵਿੱਚ। ਅਤੇ ਜਿਹੜਾ ਕ੍ਰੈਡਿਟ ਸਿਸਟਮ ਸੀ ਉਹ ਕਹਿੰਦੇ ਮਤਲਬ ਆਪਾਂ ਉਧਾਰ 'ਤੇ ਕੋਈ ਲੋਨ ਵਗੈਰਾ ਲੈ ਲੈਂਦੇ ਸੀਗੇ, ਹੈ ਨਾ। ਇਹਦੇ ਨਾਲ ਟਰੇਡ ਵੱਧਦੀ ਹੈ, ਵਪਾਰ ਵੱਧਦਾ। ਉਹ ਕਿਸ ਦੇ ਥਰੂ ਹੋਇਆ ਸੀ, ਹੁੰਡਿਸ ਦੇ ਥਰੂ ਹੋਇਆ ਸੀ।
ਤੇ ਜਿਹੜੇ ਕਮਰਸ਼ੀਅਲ ਤੇ ਇੰਡਸਟਰੀਅਲ ਬੈਂਕ ਸੀਗੇ ਉਹ ਜਦੋਂ ਇਸਟੈਬਲਿਸ਼ ਹੋ ਗਏ ਸੀ ਉਹਨਾਂ ਨੇ ਬਹੁਤ ਸਾਰੇ ਫੰਡਸ ਦਿੱਤੇ ਸੀ ਵਪਾਰ ਦੇ ਵਿੱਚ ਵੀ ਕਹਿੰਦਾ ਮਤਲਬ ਆਪਣੀ ਇਕਨੋਮੀ ਨੂੰ ਸਟਰੋਂਗ ਬਣਾਉਣ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਕੀਤੀ ਸੀ। ਨੈਕਸਟ ਆਪਾਂ ਟਰਾਂਸਪੋਰਟ ਪੜ੍ਹ ਲੈਂਦੇ ਹਾਂ। ਟਰਾਂਸਪੋਰਟ 2 ਟਾਈਪਸ ਦੇ ਸੀਗੇ, ਲੈਂਡ ਟਰਾਂਸਪੋਰਟ ਅਤੇ ਵਾਟਰ ਟਰਾਂਸਪੋਰਟ। ਲੈਂਡ ਟਰਾਂਸਪੋਰਟ ਦੇ ਵਿੱਚ ਰੋਡਸ ਦੇ ਥਰੂ ਹੁੰਦਾ ਸੀ ਜਿਹੜਾ ਇਹ ਕਿੱਥੋਂ ਤੇ ਇਹ ਨੌਰਥਰਨ ਰੇਲਵੇਜ਼ ਕਹਿੰਦਾ ਮਤਲਬ ਸਾਈਡ ਦਾ ਸੀਗਾ। ਇਹ ਕਿੱਥੋਂ ਤੋਂ ਕਿੱਥੇ ਤੱਕ ਫੈਲਿਆ ਹੋਇਆ ਸੀ, ਬੰਗਾਲ ਤੋਂ ਲੈ ਕੇ ਟੈਕਸਟੀਲਾ ਤੱਕ। ਇਹ ਸਾਊਥ ਤੋਂ ਲੈ ਕੇ ਈਸਟ ਅਤੇ ਵੈਸਟ ਦੇ ਵਿੱਚ ਵੀ ਸਪਰੈਡ ਸੀਗਾ। ਜਦੋਂ ਲੈਂਡ ਰੂਟ ਸੀ ਆਪਾਂ ਨੂੰ ਪਤਾ ਹੈ ਤਾਂ ਉਦੋਂ ਕੀ ਯੂਜ਼ ਕੀਤਾ ਜਾਂਦਾ ਸੀ, ਹੋਰਸਿਸ ਯੂਜ਼ ਕੀਤੇ ਜਾਂਦੇ ਸੀ। ਵਾਟਰ ਟਰਾਂਸਪੋਰਟ ਹੈ ਇਹ ਵਾਟਰਵੇਜ਼ ਹੁੰਦਾ ਸੀ, ਕਹਿੰਦਾ ਮਤਲਬ ਸਮੁੰਦਰੀ ਸ਼ਿਪਸ ਵਗੈਰਾ ਜਾਂਦੀਆਂ ਸੀ। ਇਹ ਜਿਹੜਾ ਇੰਡੀਆ ਸੀ ਇਹ ਕਿੱਥੋਂ ਤੱਕ ਫੈਲਿਆ ਹੋਇਆ ਸੀ, ਇੰਡੋਨੇਸ਼ੀਆ, ਜਾਪਾਨ, ਅਫਰੀਕਾ ਮੀਨਸ 3 ਸਾਈਡਸ ਤੱਕ ਫੈਲਿਆ ਹੋਇਆ ਸੀ। ਇਜਿਪਟੀਅਨ ਜਿਹੜੀਆਂ ਸ਼ਿਪਸ ਹੁੰਦੀਆਂ ਸੀਗੀਆਂ ਇਹ ਐਕਸਪੋਰਟ ਅਤੇ ਇੰਪੋਰਟ ਲਈ ਯੂਜ਼ ਕੀਤੀਆਂ ਜਾਂਦੀਆਂ ਸੀ। ਜਿਹੜੀ ਕੈਲੀਕਟ ਕੋਸਟ ਸੀ ਉਹ ਬਹੁਤ ਜ਼ਿਆਦਾ ਪੋਪੂਲਰ ਸੀ ਉਸ ਟਾਈਮ 'ਚ। ਨੈਕਸਟ ਆਪਾਂ ਇੰਪੋਰਟੈਂਟ ਪੁਆਇੰਟਸ ਪੜ੍ਹ ਲੈਂਦੇ ਹਾਂ। ਫਸਟ ਪੁਆਇੰਟ ਹੈਗਾ ਗਾ ਵੀ ਉਸ ਟਾਈਮ ਦੇ ਵਿੱਚ ਜਿਹੜੇ ਹੋਲਸੇਲ ਟਰੇਡਰਸ ਹੁੰਦੇ ਸੀ ਉਹਨਾਂ ਨੂੰ ਕੀ ਕਿਹਾ ਜਾਂਦਾ ਸੀ, ਸੇਠ ਅਤੇ ਬੋਰਾ ਕਿਹਾ ਜਾਂਦਾ ਸੀ। ਨੈਕਸਟ ਲਾਈਨ ਹੈਗੀ ਹੈ ਜਿਹੜੇ ਰਿਟੇਲ ਟਰੇਡਰਸ ਹੁੰਦੇ ਸੀ ਉਹਨਾਂ ਨੂੰ ਕੀ ਕਿਹਾ ਜਾਂਦਾ ਸੀ, ਵਿਓਪੈਰੀਸ ਅਤੇ ਬਾਣੀਆਂ ਹੁੰਦੇ ਹੈ ਨਾ ਉਹ ਕਿਹਾ ਜਾਂਦਾ ਸੀ। ਜਿਹੜੇ ਅਰਬਨ ਏਰੀਆ ਸੀ ਉਦੋਂ ਜਿਹੜੇ ਨਗਰ ਸੇਠ ਹੁੰਦੇ ਸੀ ਉਹੀ ਕੰਟਰੋਲ ਕਰਦੇ ਸੀ ਟਰੇਡ ਨੂੰ, ਠੀਕ ਹੈ। ਅਤੇ ਜਿਹੜੇ ਬਹੁਤ ਸਾਰੇ ਟੈਕਸਿਸ ਸੀਗੇ ਉਹ ਚਾਰਜ ਕੀਤੇ ਜਾਂਦੇ ਸੀ ਵਪਾਰੀਆਂ ਤੋਂ, ਠੀਕ ਹੈ। ਗਿਲਡਸ ਆਫ ਮਰਚੈਂਟਸ ਵਰ ਪ੍ਰੋਪਰਲੀ ਜਿਹੜੇ ਮਰਚੈਂਟ ਸੀਗੇ ਉਹਨਾਂ ਦੀ ਜਿਹੜੀ ਗਿਲਡ ਸੀ ਉਹ ਪੂਰੀ ਚੰਗੀ ਤਰ੍ਹਾਂ ਰਜਿਸਟਰ ਕੀਤੇ ਹੋਏ ਸੀ ਅਤੇ ਸਰਵ ਕੀਤੇ ਹੋਏ ਸੀ ਵੀ ਬੈਂਕਸ ਵੀ ਉਹਨਾਂ ਨੂੰ ਸਰਵਿਸ ਦਿੰਦੇ ਸੀਗੇ ਕਿਉਂਕਿ ਉਹ ਰਜਿਸਟਰਡ ਸੀਗੇ। ਜਿਹੜੀ ਵੀ ਚੀਜ਼ ਰਜਿਸਟਰਡ ਹੁੰਦੀ ਆ ਉਹਨੂੰ ਥੋੜ੍ਹੀਆਂ ਕੁ ਜਿਹੜੀਆਂ ਕਹਿੰਦਾ ਮਤਲਬ ਸਰਵਿਸਿਸ ਪ੍ਰੋਵਾਈਡ ਕੀਤੀਆਂ ਜਾਂਦੀਆਂ। ਨੈਕਸਟ ਹੈਗੇ ਜਿਹੜੇ ਮੇਜਰ ਟਰੇਡ ਸੈਂਟਰ ਕਿਹੜੇ ਹੈ, ਜਿਵੇਂ ਉਜਾਨ ਐਂਡ ਬੰਬੇ ਹੈ। ਇੱਕ ਇੱਧਰ ਮੇਜਰ ਟਰੇਡ ਸੈਂਟਰ ਹੈ ਕਲੋਥ ਦਾ, ਪਤਲੀਪੁਰਾ ਹੈ ਇਹ ਸਟੋਨਸ ਦਾ ਹੈ, ਵਾਰਾਣਸੀ ਹੈ ਇਹ ਟੈਕਸਟਾਈਲ ਇੰਡਸਟਰੀ ਦਾ ਹੈ, ਕਵੇਰੀਪਤ ਹੈ ਇੱਥੇ ਇਹ ਥੋੜ੍ਹਾ ਜ਼ਿਆਦਾ ਪੋਪੂਲਰ ਹੈ ਕਿਉਂਕਿ ਇੱਥੇ ਬਹੁਤ ਸਾਰੀਆਂ ਚੀਜ਼ਾਂ ਨੇ, ਪਰਫਿਊਮਸ, ਕੋਸਮੈਟਿਕਸ ਹੋ ਗਏ, ਸੈਂਟ ਹੋ ਗਏ, ਸਿਲਕ, ਵੂਲ, ਕਾਟਨ, ਪਰਲਸ ਮਤਲਬ ਮੋਤੀ, ਗੋਲਡ ਮਤਲਬ ਸੋਨਾ ਅਤੇ ਮੈਥਿਲਾ ਇਹ ਕਲੋਨੀਜ਼ ਕਿਉਂਕਿ ਕਲੋਨੀਜ਼ ਦੇ ਬੇਸ 'ਤੇ ਬਹੁਤ ਜ਼ਿਆਦਾ ਪੋਪੂਲਰ ਸੀ ਕਿਉਂਕਿ ਬਹੁਤ ਸਾਰੀਆਂ ਕਲੋਨੀਜ਼ ਬਣੀਆਂ ਹੋਈਆਂ ਸੀ ਇੱਥੇ। ਨੈਕਸਟ ਆਪਾਂ ਇੰਡੀਅਨ ਇਕਨੋਮੀ ਬਾਰੇ ਪੜ੍ਹ ਲੈਂਦੇ ਹਾਂ। IAG 1947 ਇਹਦੇ ਵਿੱਚ ਕੀ ਸੀ, ਜਦੋਂ ਏਂਸ਼ੀਅੰਟ ਅਤੇ ਮੈਡੀਵਲ ਪੀਰੀਅਡ ਸੀਗਾ ਉਦੋਂ ਸੀ ਰੂਟਸ ਅਤੇ ਜਿਹੜੇ ਲੈਂਡ ਰੂਟ ਸੀ ਉਹ ਡੈਵਲਪ ਹੋ ਗਏ ਸੀਗੇ। ਅਤੇ ਜਦੋਂ ਪ੍ਰੀ ਕਲੋਨੀਅਲ ਪੀਰੀਅਡ ਆਇਆ ਉਹਦੇ ਵਿੱਚ ਬਾਕੀ ਕੰਟਰੀਜ਼ ਨੇ ਰਿਲਾਈਜ਼ ਕੀਤਾ ਵੀ ਹਾਂ ਇੰਡੀਆ ਜਿਹੜਾ ਟਰੇਡ ਦੇ ਉਸ 'ਤੇ ਕੁਛ ਜ਼ਿਆਦਾ ਡਿਵੈਲਪਮੈਂਟਸ ਹੈ ਤਾਂ ਇਹਨੂੰ ਕੁਛ ਨਾ ਕੁਛ ਰਿਵਾਰਡ ਹੈਗਾ ਮਿਲਣਾ ਚਾਹੀਦਾ ਕਹਿਣ ਦਾ ਮਤਲਬ। ਪਰ ਜਿਹੜਾ ਇੰਡੀਆ ਸੀ ਇਹਦੇ ਵਿੱਚ ਬਹੁਤ ਸਾਰੀ ਲੈਕ ਸੀ, ਕਮੀ ਸੀ ਟੈਕਨੋਲੋਜੀ ਦੀ ਅਤੇ ਆਈਡੀਆਜ਼ ਦੀ ਕਿਉਂਕਿ ਲੋਕ ਇੰਨੇ ਪੜ੍ਹੇ ਲਿਖੇ ਹੈ ਨਹੀਂ ਸੀ, ਸਕਿਲਡ ਹੈ ਨਹੀਂ ਸੀ, ਇਸ ਲਈ ਆਈਡੀਆਜ਼ ਦੀ ਕਮੀ ਸੀ ਥੋੜ੍ਹੀ। ਜਿਹੜੀ ਈਸਟ ਇੰਡੀਆ ਕੰਪਨੀ ਸੀ ਇਸ ਟਾਈਮ 'ਤੇ ਕੀ ਕਰਦੀ ਸੀ, ਰਾ ਮਟੀਰੀਅਲ ਸੀ, ਕੱਚਾ ਮਾਲ ਸੀ ਉਹ ਯੂਰੋਪੀਅਨ ਕੰਪਨੀਜ਼ ਨੂੰ ਕੀ ਕਰਦੀ ਸੀ, ਭੇਜਦੀ ਸੀਗੀ, ਠੀਕ ਹੈ, ਐਕਸਪੋਰਟ ਕਰਦੀ ਸੀ। ਆਫਟਰ ਇੰਡੀਪੈਂਡੈਂਸ ਤੋਂ ਬਾਅਦ ਜਿਹੜੀ ਐਕਸਪੋਰਟ ਹੈ ਪ੍ਰੋਸੈਸਡ ਗੁੱਡਸ ਦਾ ਵਰ ਆਲਮੋਸਟ ਨੈਗਲੀਜੀਬਲ ਵੀ ਬਿਲਕੁਲ ਨਾ ਮਾਤਰ ਹੋ ਗਿਆ ਸੀ ਪ੍ਰੋਸੈਸਡ ਗੁੱਡਸ ਦਾ ਕੀ ਹੈ ਜਿਹੜਾ ਐਕਸਪੋਰਟ ਸੀਗਾ। ਅਤੇ ਆਫਟਰ ਇੰਡੀਪੈਂਡੈਂਸ ਜਿਹੜੀ ਇੰਡੀਅਨ ਇਕਨੋਮੀ ਸੀ ਉਹਦੇ ਵਿੱਚ ਕੀ ਸੀ, ਜਿਹੜਾ ਪਬਲਿਕ ਸੈਕਟਰ ਸੀ ਉਹ ਮੇਨ ਰੋਲ ਪਲੇ ਕਰ ਰਿਹਾ ਸੀ ਇੰਡਸਟਰੀ ਦੀ ਡਿਵੈਲਪਮੈਂਟ ਲਈ। ਅਤੇ ਜਿਹੜੀ ਨਿਊ ਇਕਨੋਮਿਕ ਪੋਲਿਸੀ ਸੀਗੀ ਇਹ ਇੱਕ ਮੇਜਰ ਸਟੈਪ ਸੀ ਜਿਹੜੀਆਂ ਪ੍ਰਾਈਵੇਟ ਸੈਕਟਰ ਸੀ ਉਹਨੂੰ ਮੋਟੀਵੇਟ ਕਰਨ ਵਾਸਤੇ, ਠੀਕ ਹੈ, ਵੀ ਉਹਨੂੰ ਬਹੁਤ ਜ਼ਿਆਦਾ ਮੋਟੀਵੇਸ਼ਨ ਦਿੱਤੀ ਸੀ ਨਿਊ ਇਕਨੋਮਿਕ ਪੋਲਿਸੀ ਨੇ। ਅਤੇ 1991 ਤੋਂ ਬਾਅਦ ਜਿਹੜੀ ਇੰਡੀਆ ਸੀ ਉਹ ਸਭ ਤੋਂ ਵਰਲਡ ਦੀ ਸਭ ਤੋਂ ਜ਼ਿਆਦਾ ਗਰੋਇੰਗ ਇਕਨੋਮੀ, ਫਾਸਟੈਸਟ ਗਰੋਇੰਗ ਇਕਨੋਮੀ ਬਣ ਗਈ ਸੀ ਸਾਰੇ ਵਰਲਡ ਦੀ। ਅਤੇ ਜਿਹੜੀ ਇਸ ਟਾਈਮਸ 'ਤੇ ਕੀ ਹੋ ਰਿਹਾ ਸੀ, ਜਿਹੜੀ ਇਨਕਮ ਹੈ ਤਨਖਾਹ ਵੱਧ ਰਹੀ ਸੀ, ਸੇਵਿੰਗ ਹੈ ਸੀਗੀ ਉਹਨਾਂ ਦੀ ਉਹ ਵੀ ਜ਼ਿਆਦਾ ਹੋ ਰਹੀ ਸੀ, ਇਨਵੈਸਟਮੈਂਟ ਦੀਆਂ ਜਿਹੜੀਆਂ ਓਪਰਚੁਨਿਟੀਜ਼ ਸੀ ਉਹ ਵੀ ਜ਼ਿਆਦਾ ਵੱਧ ਰਹੀਆਂ ਸੀ ਉਹਨਾਂ ਵਾਸਤੇ। ਅਤੇ ਜਿਹੜੇ
ਜਿਹੜੇ ਟੈਕਸਿਸ ਸੀਗੇ ਉਹ GST ਦੇ ਅੰਡਰ ਹੈ, ਉਹ ਵੀ ਲੈਤੇ ਜਾਂਦੇ ਸੀ। ਨੈਕਸਟ ਹੈ ਮੇਕ ਇਨ ਇੰਡੀਆ। ਜਿਹੜਾ ਮੇਕ ਇਨ ਇੰਡੀਆ ਇੱਕ ਐਕਟ ਬਣਿਆ ਹੋਇਆ ਸੀ, ਇਹ ਕਦੋਂ ਲਾਂਚ ਹੋਇਆ ਸੀ? ਇਹ ਸੈਪਟੰਬਰ 2014 ਦੇ ਵਿੱਚ ਕੀ ਹੋਇਆ ਸੀ? ਲਾਂਚ ਹੋਇਆ ਸੀ। ਅਤੇ ਜਿਹੜਾ ਇਹ ਸੈਕਟਰ ਹੈ, ਇਹ ਇੰਡੀਅਨ ਜਿਹੜਾ ਪ੍ਰੋਗਰਾਮ ਸੀ, ਇੰਡੀਆ ਦਾ ਇੱਕ ਪ੍ਰੋਗਰਾਮ ਬਣਾਇਆ ਗਿਆ ਸੀ, ਉਹਦੇ ਅੰਡਰ ਬਹੁਤ ਸਾਰੇ ਸੈਕਟਰਸ ਨੂੰ ਪਰਮਿਸ਼ਨਸ ਮਿਲੀਆਂ ਸੀ। ਕਿਹੜੇ ਕਿਹੜੇ ਸੈਕਟਰ ਸੀ? ਕੈਮੀਕਲਸ, ਆਟੋਮੋਬਾਈਲਸ ਹੋ ਗਏ, ਇਲੈਕਟ੍ਰੀਕਲ ਮਸ਼ੀਨਰੀ ਹੋ ਗਈ, ਫੂਡ ਪ੍ਰੋਸੈਸਿੰਗ ਦੇ ਸਿਸਟਮ ਹੋ ਗਏ, ਲੈਦਰ ਹੋ ਗਿਆ, ਰੇਲਵੇ ਹੋ ਗਏ, ਟੈਕਸਟਾਈਲਸ ਹੋ ਗਏ, ਹੋਰ ਵੀ ਬਹੁਤ ਸਾਰੇ ਚੀਜ਼ਾਂ ਨੂੰ ਮਿਲੀ ਸੀ। Now thank you to all. This is first part of your chapter. We will discuss further chapter in the second part. Thank you.